ਕੌਣ ਬਣੇਗਾ ਕਰੋੜਪਤੀ ਦੇ ਵਿੱਚ ਜਲੰਧਰ ਦੀ ਧੀ ਜਪਸਿਮਰਨ ਨੇ ਮੱਲਾਂ ਮਾਰੀਆਂ ਨੇ। ਪੰਜਾਬ ਦਾ ਅਤੇ ਜਲੰਧਰ ਦਾ ਨਾਮ ਰੌਸ਼ਨ ਕੀਤਾ ਹੈ। 50 ਲੱਖ ਦੀ ਇਨਾਮੀ ਰਾਸ਼ੀ ਜਿਹੜੀ ਹੈ ਉਹਨਾਂ ਨੇ ਉਸ ਜਿਹੜੇ ਪ੍ਰੋਗਰਾਮ ਦੇ ਵਿੱਚੋਂ ਜਿੱਤੀ ਹੈ। ਜਪਸਿਮਰਨ ਅਤੇ ਪਰਿਵਾਰ ਸਾਰਾ ਮੇਰੇ ਨਾਲ ਹੈ। ਬੜੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਚਰਚਾ ਹੋ ਰਹੀ ਹੈ ਕਿ ਜਲੰਧਰ ਦੀ ਧੀ ਨੇ ਐਡੇ ਵੱਡੇ ਪਲੇਟਫਾਰਮ ਤੇ ਜਾ ਕੇ ਐਡਾ ਨਾਮ ਜਿਹੜਾ ਹੈ ਪੰਜਾਬ ਦਾ ਰੌਸ਼ਨ ਕੀਤਾ। ਜਪਸਿਮਰਨ ਨਾਲ ਨੇ। ਸਭ ਤੋਂ ਪਹਿਲਾਂ ਤਾਂ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ ਜੀ, ਥੈਂਕ ਯੂ। ਜਪਸਿਮਰਨ, ਸਭ ਤੋਂ ਪਹਿਲਾਂ ਇਹੀ ਕਿ ਇਹ ਸ਼ੁਰੂ ਕਿੱਥੋਂ ਹੋਇਆ, ਤੁਹਾਨੂੰ ਕਿਉਂ ਲੱਗਿਆ ਕਿ ਇੱਧਰ ਜਾਣਾ ਚਾਹੀਦਾ, ਸਟਾਰਟ ਕਿੱਦਾਂ ਕੀਤਾ ਤੁਸੀਂ ਉੱਥੇ ਜਾਣ ਲਈ? ਹਾਂਜੀ, ਪਹਿਲਾਂ ਤਾਂ ਜਿੱਦਾਂ ਸਕੂਲ ਦੇ ਵਿੱਚ ਕੰਪੀਟੀਸ਼ਨਸ ਵਗੈਰਾ ਹੁੰਦੇ ਰਹਿੰਦੇ ਸੀ ਤਾਂ ਉੱਥੋਂ ਦੀ ਥੋੜਾ ਜਨਰਲ ਨੌਲੇਜ ਦਾ ਰਹਿੰਦਾ ਹੀ ਸੀ ਤੇ ਟੀਵੀ ਤੇ ਵੀ ਇੱਦਾਂ ਚੀਜ਼ਾਂ ਲਗਾ ਲੈਣੀਆਂ ਕਿ ਨੌਲੇਜ ਮਿਲਦੀ ਰਵੇ। ਤੇ ਇਸ ਸਾਲ ਜਦੋਂ KBC ਦਾ ਆਇਆ ਤੇ ਪਾਪਾ ਨੇ ਵੀ ਟਰਾਈ ਕੀਤਾ। ਪਾਪਾ ਆਡੀਸ਼ਨ ਰਾਊਂਡ ਤੱਕ ਵੀ ਪਹੁੰਚ ਗਏ ਸੀ ਪਰ ਉਹਨਾਂ ਦਾ ਅੱਗੇ ਟੀਵੀ ਵਾਲਾ ਰਾਊਂਡ ਨਹੀਂ ਹੋਇਆ। ਤੇ ਫਿਰ ਨਾਲ ਹੀ ਜੂਨੀਅਰਸ ਦੇ ਵੀ ਆ ਗਏ। ਪਾਪਾ ਨੂੰ ਦੇਖ ਕੇ ਮੇਰਾ ਵੀ ਮਨ ਕੀਤਾ ਕਿ ਚਲੋ ਮੈਂ ਵੀ ਟਰਾਈ ਕਰ ਲੈਂਦੀ ਹਾਂ। ਫਿਰ ਆਪਾਂ ਟਰਾਈ ਕੀਤਾ, ਰਜਿਸਟ੍ਰੇਸ਼ਨ ਵਗੈਰਾ ਸਾਰੀ ਹੋਈ, ਸਾਰਾ ਪ੍ਰੋਸੈਸ ਹੋਇਆ। ਫਿਰ ਫਾਸਟੈਸਟ ਫਿੰਗਰ ਫਸਟਲੀ ਸਾਨੂੰ ਕਾਲ ਆ ਗਿਆ ਤੇ ਆਪਾਂ ਸਾਰੇ ਜਾਣੇ ਬੜੇ ਖੁਸ਼ ਸੀਗੇ ਜਦੋਂ ਸਾਨੂੰ ਮਤਲਬ ਕਾਲ ਆ ਗਿਆ ਸੀਗਾ। ਫਿਰ ਉਹਦੇ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡਾ ਹੌਟ ਸੀਟ ਤੇ ਵੀ ਹੋ ਗਿਆ। ਅੱਛਾ, ਇਹ ਕਿੰਨੀ ਤਰੀਕ ਨੂੰ ਤੁਸੀਂ ਅਪਲਾਈ ਕੀਤਾ ਸੀਗਾ? ਕਦੋਂ ਇਹ ਸ਼ੂਟ ਹੋਇਆ? ਕਦੋਂ ਕੁਆਲੀਫਾਈ ਹੋਇਆ? ਇਹ ਇਸੇ ਮਹੀਨੇ 'ਚ ਹੋਇਆ ਕਿ ਜਾਂ ਪਹਿਲਾਂ ਦਾ ਹੋਇਆ ਤੇ ਰਿਕਾਰਡਡ ਸੀਗਾ ਤੇ ਹੁਣ ਉਹਨਾਂ ਨੇ ਜਿਹੜਾ ਟੈਲੀਕਾਸਟ ਕੀਤਾ ਸੀ? ਨਹੀਂ, ਇਹਨਾਂ ਨੂੰ 2-3 ਮਹੀਨੇ ਤਾਂ ਮਤਲਬ ਇੱਦਾਂ ਲੱਗ ਹੀ ਗਏ ਨੇ ਸਾਰੇ ਪ੍ਰੋਸੈਸ ਵਾਸਤੇ। ਤੇ ਜਿਹੜਾ ਸਾਡਾ ਮਤਲਬ ਟੀਵੀ ਦਾ ਸ਼ੂਟ ਹੋਇਆ ਸੀ ਉਹ ਤਾਂ ਇਸੀ ਮੰਥ ਦੇ ਵਿੱਚ ਹੋਇਆ ਤੇ ਸਾਡੇ ਤੋਂ ਪਹਿਲਾਂ ਜਿਨ੍ਹਾਂ ਦੇ ਸ਼ੂਟ ਹੋਏ ਸੀ ਉਹਨਾਂ ਨੇ ਪਹਿਲਾਂ ਦਿਖਾਇਆ ਤੇ ਸਾਡਾ ਬਾਅਦ 'ਚ ਸੀ ਤੇ ਸਾਡਾ ਬਾਅਦ 'ਚ ਆਇਆ। ਅੱਛਾ, ਇਹ ਮੈਨੂੰ ਲੱਗਦਾ ਕਿ ਜਦੋਂ ਆਪਾਂ ਸਕੂਲ ਦੇ ਵਿੱਚ ਜਿਹੜੇ ਪ੍ਰੋਗਰਾਮ ਅਸੀਂ ਹਿੱਸਾ ਲੈਂਦੇ ਹਾਂ ਤਾਂ ਉਹ ਮੈਨੂੰ ਲੱਗਦਾ ਕੁਇਜ਼ ਦੇ ਵਿੱਚ ਤੁਸੀਂ ਜ਼ਿਆਦਾਤਰ ਹਿੱਸਾ ਲੈਂਦੇ ਹੋਵੋਗੇ, ਕੁਐਸਚਨ ਆਨਸਰਿੰਗ ਉਹਦੇ ਵਿੱਚ ਹੁੰਦੀ ਹੋਊਗੀ। ਬਾਕੀ ਨੌਲੇਜ ਤਾਂ ਮੈਨੂੰ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਡੈਡੀ ਨੇ ਵੀ ਕੀਤਾ ਸੀਗਾ ਤਾਂ ਫਿਰ ਇਹ ਗੁੜਤੀ ਫਿਰ ਤੁਹਾਨੂੰ ਘਰੋਂ ਹੀ ਮਿਲੀ ਹੈ ਨੌਲੇਜ ਦੀ? ਫਿਰ ਹਾਂਜੀ, ਸਾਰਿਆਂ ਨੇ ਬੜਾ ਸਪੋਰਟ ਕੀਤਾ। ਮਤਲਬ ਕਿ ਇੱਦਾਂ ਦੇ ਮੈਂ ਜ਼ਿਆਦਾ ਇਸੀ ਪਾਸੇ ਸੀਗੀ, ਪੜ੍ਹਾਈ ਵਾਲੇ ਪਾਸੇ ਸੀ। ਸਪੋਰਟਸ ਵਿੱਚ ਮੈਂ ਉੱਦਾਂ ਵੀ ਉਨੀ ਨਹੀਂ ਹੈਗੀ ਰੁਚੀ, ਪਰ ਜਿੱਦਾਂ ਬਚਪਨ ਤੋਂ ਹੀ ਮਤਲਬ ਪੋਇਮ ਵਗੈਰਾ 'ਚ ਵੀ ਹਿੱਸਾ ਲੈ ਲਿਆ। ਜਿੱਦਾਂ ਕੋਈ ਵੀ ਮਤਲਬ ਕੰਪੀਟੀਸ਼ਨ ਹੁੰਦੇ ਸੀ, ਹੁਣ ਜਿੱਦਾਂ ਸਾਡੇ ਗੁਰਦੁਆਰਾ ਉੱਥੇ ਵੀ ਕੁਇਜ਼ ਵਗੈਰਾ ਹੁੰਦੇ ਰਹਿੰਦੇ ਨੇ ਤੇ ਉਹਨਾਂ ਵਿੱਚ ਪਾਰਟਿਸਿਪੇਟ ਕਰ ਲਿਆ ਤੇ ਫਿਰ ਉੱਥੇ ਤੋਂ ਕੌਨਫੀਡੈਂਸ ਆਉਂਦਾ ਰਿਹਾ ਕਿ ਠੀਕ ਹੈ ਅੱਗੇ ਵੀ ਪਾਰਟਿਸਿਪੇਟ ਕਰਦੇ ਰਹਿਣਾ। ਤੇ ਬਸ ਫਿਰ ਇੱਦਾਂ ਸਾਰਿਆਂ ਨੇ ਮੋਟੀਵੇਟ ਕੀਤਾ ਕਿ ਕਰੋ। ਸਕੂਲ ਟੀਚਰਸ, ਤਾਇਆ ਜੀ ਹੁਣੀ, ਚਾਚੂ ਹੁਣੀ, ਸਾਰਿਆਂ ਨੇ, ਪੂਜੀ, ਸਾਰਿਆਂ ਨੇ ਬਹੁਤ ਸਪੋਰਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਹਾਂਜੀ ਅੱਗੇ ਟਰਾਈ ਵੀ ਕਰੋ ਤੇ ਬਸ ਟਰਾਈ ਕਰਦੇ ਕਰਦੇ ਇੱਥੇ ਤੱਕ ਅੱਜ ਪਹੁੰਚ ਗਏ ਆ। ਅੱਛਾ, ਸਵਾਲ ਜਵਾਬ ਤੇ ਉੱਥੇ ਬੜੇ ਤਰ੍ਹਾਂ ਦੇ ਹੋਏ ਹੋਣਗੇ, ਸਾਰੀ ਦੁਨੀਆ ਨੇ ਦੇਖੇ। ਹਾਂਜੀ, ਅਮਿਤਾਭ ਬੱਚਨ ਨੂੰ ਦੇਖ ਕੇ ਕਿਵੇਂ ਦਾ ਮਹਿਸੂਸ ਹੋਇਆ ਤੁਹਾਨੂੰ? ਪਹਿਲਾਂ ਤੇ ਉਹਨਾਂ ਨੂੰ ਵੇਖ ਕੇ ਥੋੜਾ ਨਰਵਸਨੈਸ ਜੀ ਹੋਈ ਕਿ ਮਤਲਬ ਇੰਨੇ ਵੱਡੇ ਸਟਾਰ ਦੇ ਸਾਹਮਣੇ ਬਹਿਣ ਲੱਗੇ ਆ ਤੇ ਪਰ ਜਦੋਂ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਜਿੱਦਾਂ ਵੀ ਹੈ ਉਹਨਾਂ ਨੇ ਇੰਨੇ ਆਰਾਮ ਨਾਲ ਗੱਲ ਕੀਤੀ। ਇਸ ਵਿੱਚ ਉਹਨਾਂ ਨੇ ਗੱਲ ਕੀਤੀ ਕਿ ਮਤਲਬ ਉਹਨਾਂ ਨੇ ਫੀਲ ਹੋਣ ਹੀ ਨਹੀਂ ਦਿੱਤਾ ਕਿ ਤੁਸੀਂ ਪਹਿਲੀ ਵਾਰ ਆਏ ਹੋ ਜਾਂ ਪਹਿਲੀ ਵਾਰ ਉਹਨਾਂ ਨਾਲ ਮਿਲ ਰਹੇ ਹੋ। ਉਹਨਾਂ ਨੇ ਮਿਲ ਕੇ ਬਹੁਤ ਅੱਛਾ ਲੱਗਾ। ਉਹਨਾਂ ਦਾ ਜਿਹੜਾ ਵੇ ਆਫ ਟਾਕਿੰਗ ਹੈ ਉਹ ਵੀ ਬਹੁਤ ਸਹੀ ਹੈ। ਮਤਲਬ ਉਹਨਾਂ ਤੋਂ ਇਲਾਵਾ ਮੈਂ ਨਹੀਂ ਸੋਚ ਸਕਦੀ ਕਿਸੇ ਹੋਰ ਨੂੰ KBC ਨੂੰ ਹੋਸਟ ਕਰਦੇ ਹੋਏ। ਉੱਥੋਂ ਦਾ ਐਕਸਪੀਰੀਅੰਸ, ਮਾਹੌਲ, ਕਿਉਂਕਿ ਠੀਕ ਹੈ ਇੱਕ ਤੁਸੀਂ ਜਲੰਧਰ ਤੋਂ ਉੱਠ ਕੇ ਗਏ, ਤੁਹਾਡਾ ਇੱਕ ਆਪਣਾ ਵੀ ਰੁਤਬਾ ਹੈ, ਤੁਸੀਂ ਜੇ ਉੱਥੇ ਪਹੁੰਚੇ ਤਾਂ ਤੁਹਾਡੇ ਅੰਦਰ ਵੀ ਕੈਪੇਬਿਲਿਟੀ ਸੀਗੀ। ਉੱਥੋਂ ਦਾ ਮਾਹੌਲ ਕਿਵੇਂ ਦਾ ਸੀਗਾ? ਬਾਕੀ ਵੀ ਬੱਚੇ ਉੱਥੇ ਆਏ ਸੀਗੇ ਸਿੱਖਣ ਨੂੰ, ਜਿਵੇਂ ਪੁੱਛਿਆ ਕਿ ਕੁਛ ਉੱਥੇ ਜਾ ਕੇ ਸਿੱਖਿਆ ਤੁਸੀਂ? ਉੱਥੇ ਜਾ ਕੇ ਜਿੱਦਾਂ ਆਪਾਂ ਇੱਥੇ ਵੇਖਦੇ ਹਾਂ, ਇੱਥੇ ਆਪਾਂ ਬਹੁਤ ਨੋਰਮਲੀ ਕਹਿ ਦਿੰਦੇ ਹਾਂ ਕਿ ਹਾਂ ਇਹ ਬੰਦਾ ਇੰਨੇ ਜਿੱਤ ਕੇ ਲੈ ਗਿਆ, ਪਰ ਉੱਥੇ ਜਾ ਕੇ ਪਤਾ ਲੱਗਦਾ ਕਿ ਬੰਦੇ ਨੇ ਕਿੰਨੀ ਸਟਰਗਲ ਕੀਤੀ ਹੈ। ਤੇ ਉੱਥੇ ਕੋਈ ਵੀ ਮਤਲਬ ਜੇ ਸੋਚੋ ਨਾ ਕਿ ਕੋਈ ਵੀ ਚੀਜ਼ ਸਕ੍ਰਿਪਟਡ ਹੈ, ਉੱਥੇ ਕੋਈ ਸਕ੍ਰਿਪਟਡ ਨਹੀਂ ਹੁੰਦਾ। ਜਿਹੜਾ ਉੱਥੇ ਇੱਦਾਂ ਚੱਲ ਰਿਹਾ ਤੇ ਉਹੀ ਤੁਹਾਡਾ ਰਿਕਾਰਡ ਹੁੰਦਾ ਸਾਰਾ। ਤੇ ਉੱਥੇ ਜਾ ਕੇ ਇੱਦਾਂ ਦੀ ਫੀਲ ਆਉਂਦੀ ਕਿ ਪਹਿਲਾਂ ਤਾਂ ਡਰ ਜਿਹਾ ਲੱਗਦਾ ਹੈ ਪਰ ਫਿਰ ਜਦੋਂ ਖੇਲਣਾ ਸਟਾਰਟ ਕਰਦੇ ਹੋ ਫਿਰ ਮਜ਼ਾ ਵੀ ਬਹੁਤ ਆਉਂਦਾ। ਅੱਛਾ, ਜਿਵੇਂ ਤੁਸੀਂ ਆ ਸਕ੍ਰਿਪਟਡ ਦੀ ਗੱਲ ਕੀਤੀ, ਕਈ ਵਾਰੀ ਚਰਚਾ ਹੁੰਦੀ ਹੈ ਕਿ ਉੱਥੇ ਇਹ ਸਭ ਕੁਝ ਜਿਵੇਂ ਬੱਚੇ ਨੇ ਕਿਹੜੇ ਨੇ ਅੱਗੇ ਆਉਣਾ, ਕਿਹਨੂੰ ਬਾਹਰ ਕੱਢਣਾ, ਕਿਹਨੂੰ ਕਿੰਨੇ ਪੈਸਿਆਂ ਤੱਕ ਲੈ ਕੇ ਜਾਣਾ, ਇਹ ਸਭ ਕੁਝ ਸਕ੍ਰਿਪਟਡ ਹੁੰਦਾ। ਇਹ ਤੁਸੀਂ ਮਹਿਸੂਸ ਕੀਤਾ ਵੀ ਬਿਲਕੁਲ ਸਕ੍ਰਿਪਟਡ ਨਹੀਂਗਾ ਉੱਥੇ? ਜੇ ਸਾਡੇ 'ਚ ਕੈਪੇਬਲ ਅਸੀਂ ਹਾਂ, ਸਾਡੇ ਅੰਦਰ ਕੋਈ ਚੀਜ਼ ਹੈ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣ ਦੀ ਤਾਂ ਫਿਰ ਉਹੀ ਅੱਗੇ ਜਾਂਦੀ ਹੈ, ਸਾਡਾ ਹੁਨਰ ਹੀ ਅੱਗੇ ਜਾਂਦਾ ਕਿ ਸਕ੍ਰਿਪਟਡ ਹੈ ਕਿਤੇ ਨਾ ਕਿਤੇ? ਨਹੀਂ, ਸਾਡਾ ਜਿਹੜਾ ਹੁਨਰ ਹੈ ਸਾਨੂੰ ਉਹੀ ਅੱਗੇ ਲੈ ਕੇ ਜਾਂਦਾ। ਆਪਾਂ ਇਹ ਕਹਿ ਹੀ ਨਹੀਂ ਸਕਦੇ ਕਿ ਉਹ ਸਕ੍ਰਿਪਟਡ ਹੈ ਕਿਉਂਕਿ ਉੱਥੇ ਔਨ ਦਾ ਸਪੌਟ ਚੀਜ਼ਾਂ ਹੁੰਦੀਆਂ ਨੇ ਤੇ ਉਹੀ ਫਿਰ ਰਿਕਾਰਡ ਸਾਰਾ ਜਿੱਦਾਂ ਹੁੰਦਾ ਉਦਾਂ ਹੋ ਜਾਂਦਾ। ਉੱਥੇ ਕੋਈ ਮਤਲਬ ਇੱਦਾਂ ਨਹੀਂ ਕਿ ਇਹੀ ਬੱਚੇ ਨੇ ਇੰਨੇ ਪੈਸੇ ਜਿੱਤ ਕੇ ਜਾਣੇ। ਉੱਥੇ ਜਿਹੜਾ ਬੱਚਾ ਪਹਿਲਾਂ ਕਰ ਜਾਂਦਾ ਹੈ, ਜਿਹੜਾ ਬੱਚਾ ਚੱਜ ਨਾਲ ਕਰ ਰਿਹਾ ਉਹੀ ਆਉਂਦਾ।
ਜਿਹੜੇ ਬੱਚੇ ਉੱਥੇ ਸੀਗੇ ਤੁਹਾਡੇ ਜਿਹੜੇ ਉੱਥੇ ਆਏ ਸੀਗੇ, ਉਹ ਫਿਰ ਕਿਹੜੇ-ਕਿਹੜੇ ਹੋਰ ਪੰਜਾਬ ਤੋਂ ਵੀ ਸੀਗੇ ਕਿ ਜਾਂ ਹੋਰ ਵੱਖ-ਵੱਖ ਸਟੇਟਾਂ ਤੋਂ ਸੀਗੇ? ਨਹੀਂ, ਵੱਖ-ਵੱਖ ਸਟੇਟਾਂ ਤੋਂ ਸੀਗੇ। ਐਕਚੁਅਲੀ ਮੈਂ ਇਕੱਲੀ ਪੰਜਾਬ ਦੀ ਸੀ। ਉੱਥੇ ਦਿੱਲੀ ਤੋਂ ਵੀ ਆਏ ਹੋਏ ਸੀ ਬੱਚੇ, ਹੋਰ ਵੀ ਅਲੱਗ-ਅਲੱਗ ਸਟੇਟਸ ਤੋਂ ਆਏ ਹੋਏ ਸੀ। ਉੱਥੇ 10 ਬੱਚੇ ਸੀਗੇ ਟੋਟਲ। ਵੱਖ-ਵੱਖ ਸਟੇਟਾਂ ਤੋਂ ਸੀਗੇ। ਤਾਂ ਉਹ ਫਿਰ ਜਿਹੜਾ ਜਿਵੇਂ ਹੁੰਦਾ ਕਿ ਤੁਸੀਂ ਕਿੰਨਾ ਟਾਈਮ ਖੇਡੇ, ਜਿਵੇਂ 50 ਲੱਖ ਤੱਕ ਤੁਸੀਂ ਗਏ, ਤਾਂ ਉਸ ਤੋਂ ਬਾਅਦ ਵੀ ਜਿਹੜੇ ਬੱਚੇ ਸਿਲੈਕਟ ਹੋਏ, ਉਸ ਤੋਂ ਪਹਿਲਾਂ ਤੁਹਾਡੇ ਤੋਂ ਪਹਿਲਾਂ ਵੀ ਹੋਏ ਸੀਗੇ ਕਿ ਜਾਂ ਫਿਰ ਤੁਹਾਡੇ ਤੱਕ ਹੀ ਗੇਮ ਰਹੀ ਤਾਂ ਉਹ ਐਪੀਸੋਡ ਮਤਲਬ ਉਦੋਂ ਦਾ ਖਤਮ ਹੋ ਗਿਆ? ਨਹੀਂ, ਟੋਟਲ ਜਿਹੜੇ ਬੱਚੇ ਸੀ, ਮਤਲਬ ਮੇਰੇ ਤੇ ਨਹੀਂ ਗੇਮ ਫਿਨਿਸ਼ ਹੋਈ, ਮੇਰੇ ਤੋਂ ਅੱਗੇ ਵੀ ਬੱਚੇ ਗਏ ਸੀਗੇ ਤੇ ਲਾਸਟ 3 ਜਾਂ 4 ਬੱਚੇ ਬਚੇ ਸੀਗੇ। ਪਰ ਆਪਾਂ ਉਹਨਾਂ ਨੂੰ, ਉਹ ਬੱਚਿਆਂ ਨੂੰ ਆਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਮਤਲਬ ਨਹੀਂ ਕੀਤਾ, ਕਿਉਂਕਿ ਉਹ ਇੱਥੇ ਤੱਕ ਆਏ ਨੇ। ਇਹ ਵੀ ਬਹੁਤ ਵੱਡੀ ਗੱਲ ਹੈ, ਕਿਉਂਕਿ ਜੇ ਮੇਰੇ ਹਿਸਾਬ ਨਾਲ ਫਾਸਟੈਸਟ ਫਿੰਗਰ ਫਸਟ ਸਭ ਤੋਂ ਮੁਸ਼ਕਿਲ ਹੈ, ਕਿਉਂਕਿ ਉਹਦੇ ਵਿੱਚ ਤੁਹਾਨੂੰ ਸਪੀਡ ਚਾਹੀਦੀ। ਸਾਰੇ ਕਹਿੰਦੇ ਨੇ ਕੁਐਸਚਨ ਤਾਂ ਈਜ਼ੀ ਹੋ ਜਾਂਦੇ ਨੇ ਫਾਸਟੈਸਟ ਫਿੰਗਰ ਫਸਟ ਦੇ ਵਿੱਚ, ਪਰ ਉਹਦੇ ਵਿੱਚ ਤੁਹਾਨੂੰ ਟਾਈਮ ਬਹੁਤ ਘੱਟ ਲੈਣਾ ਹੁੰਦਾ ਤੇ ਜਿਹੜਾ ਸਭ ਤੋਂ ਪਹਿਲਾਂ ਕਰ ਗਿਆ ਉਹੀ ਹੌਟ ਸੀਟ ਤੇ ਆਉਂਦਾ। ਬਾਕੀ ਜਿਹੜੇ ਬੱਚੇ ਰਹਿ ਗਏ ਉਹਨਾਂ ਨੇ ਵੀ ਬਹੁਤ ਚੰਗਾ ਖੇਡਿਆ। ਦੋਸਤੀ ਫਿਰ ਉੱਥੇ ਬਣ ਗਈ ਸਾਰਿਆਂ ਨਾਲ ਫਿਰ? ਹਾਂਜੀ, ਉਹ ਤਾਂ ਸਾਰੇ ਹੀ ਬਹੁਤ ਚੰਗੇ ਸੀਗੇ, ਸਾਰਿਆਂ ਨਾਲ ਮਤਲਬ ਦੋਸਤੀ ਵਗੈਰਾ ਵੀ ਹੋ ਗਈ। ਅਮਿਤਾਭ ਬੱਚਨ ਹੋਣਾ ਦੇ ਨਾਲ ਕੋਈ ਆਫ ਦਾ ਕੈਮਰਾ ਕੋਈ ਗੱਲ ਹੋਈ ਹੋਵੇ? ਨਹੀਂ, ਆਫ ਦਾ ਕੈਮਰਾ ਨਹੀਂ, ਕਿਉਂਕਿ ਉਹਨਾਂ ਦਾ ਲਗਾਤਾਰ ਹੀ ਸ਼ੂਟ ਚੱਲਦਾ। ਆਪਾਂ ਤਾਂ ਫਿਰ ਵੀ ਥੋੜਾ ਬੈਕ ਸਟੇਜ ਆ ਜਾਂਦੇ ਹੁੰਦੇ, ਕਿਉਂਕਿ ਵਿੱਚ ਬ੍ਰੇਕ ਮਿਲ ਜਾਵੇ ਤੇ ਆਪਾਂ ਵਾਪਸ ਆ ਜਾਂਦੇ, ਜਾਂ ਫਿਰ ਜਿਨ੍ਹਾਂ ਦਾ ਪਹਿਲਾਂ ਮਤਲਬ ਹੋ ਜਾਂਦਾ ਹੌਟ ਸੀਟ ਤੋਂ ਬਾਅਦ ਆਪਾਂ ਦੇ ਪਿੱਛੇ ਆ ਜਾਂਦੇ। ਪਰ ਜਿਹੜੇ ਏਬੀਸੀ ਨੇ, ਉਹਨਾਂ ਦਾ ਸ਼ੂਟ ਚੱਲਦਾ ਹੀ ਰਹਿੰਦਾ ਲਗਾਤਾਰ। ਅੱਛਾ, 50 ਲੱਖ ਤੱਕ ਤਾਂ ਤੁਸੀਂ ਪਹੁੰਚੇ, ਤਾਂ ਫਿਰ ਅੱਗੇ ਜਾਣ ਦੇ ਲਈ ਲੱਗਿਆ ਕਿ ਥੋੜੀ ਜੀ ਕਮੀ ਰਹਿ ਗਈ, ਜਾਂ ਸਾਨੂੰ ਥੋੜਾ ਜਿਹਾ ਹੋਰ ਸਿੱਖ ਕੇ ਜਾਂਦੇ ਤਾਂ ਫਿਰ ਅੱਜ ਕਰੋੜਪਤੀ ਅੱਜ ਨਾਮ ਸਾਡਾ ਵੀ ਆ ਜਾਂਦਾ? ਜੀ ਨਹੀਂ, ਮਤਲਬ ਏਦਾਂ ਨਹੀਂ ਕਿ ਜਿੰਨਾ ਖੇਡਿਆ ਉਹ ਵੀ ਬਹੁਤ ਹੈ, ਜਿੰਨੇ ਜਿੱਤੇ ਉਹ ਵੀ ਬਹੁਤ ਨੇ। ਪਰ ਜੀ ਵੈਸੇ ਸੱਚੀ ਗੱਲ ਹੈ, ਜੇ ਹੋਰ ਬੜੇ ਹੁੰਦੇ ਤਾਂ ਅੱਗੇ ਤੱਕ ਪਹੁੰਚ ਜਾਣਾ ਸੀ, ਪਰ ਜਿੰਨੇ ਜਿੱਤੇ ਉਹ ਵੀ ਬਹੁਤ ਨੇ। ਹਾਂਜੀ। ਅੱਛਾ, ਓਵਰਆਲ ਮੈਂ ਐਕਸਪੀਰੀਅੰਸ ਪੁੱਛਾਂ ਕਿ ਕੀ ਕੁਝ ਸਿੱਖਿਆ, ਕੀ ਕੁਝ ਨਵੀਆਂ ਚੀਜ਼ਾਂ ਉੱਥੇ ਜਾ ਕੇ ਗ੍ਰੈਬ ਕੀਤੀਆਂ? ਤਾਂ ਏਡੀ ਵੱਡੀ ਸੀਟ ਤੇ ਉੱਤੇ ਜਾ ਕੇ ਬੈਠਣਾ ਵੀ ਮੈਨੂੰ ਲੱਗਦਾ ਕਿ ਇੱਕ ਆਪਣੇ ਆਪ ਦੇ ਵਿੱਚ ਹੀ ਬੜਾ ਨਵਾਂ ਤਜਰਬਾ ਹੁੰਦਾ। ਓਵਰਆਲ ਇਸ ਸਾਰੇ ਐਪੀਸੋਡ ਤੋਂ, ਜਾਂ ਜੋ ਤੁਸੀਂ ਸ਼ੁਰੂ ਕੀਤਾ ਆਪਣੇ ਐਪੀਸੋਡ ਤੱਕ, ਕੀ ਕੁਝ ਸਿੱਖਿਆ? ਕੁਝ ਬੱਚਿਆਂ ਲਈ ਮੈਂ ਚਾਹੂੰਗਾ, ਹਾਲਾਂਕਿ ਤੁਸੀਂ ਵੀ ਬੱਚੇ ਹੋ ਅਜੇ, ਤਾਂ ਕੁਝ ਨਵਾਂ ਚੀਜ਼ ਜਿਹੜੀ ਤੁਸੀਂ ਸਿੱਖ ਕੇ ਆਏ ਹੋ? ਇੱਥੇ ਇੱਕ ਚੀਜ਼ ਸਿੱਖੀ ਹੈ ਕਿ ਤੁਸੀਂ ਇੱਕ ਦਿਨ 'ਚ ਇੱਥੇ ਕੁਝ ਵੀ ਪੜ੍ਹ ਕੇ ਨਹੀਂ ਚਾਹਦਾ, ਮਤਲਬ ਇੱਕ ਦਿਨ 'ਚ ਤੁਸੀਂ ਜਿੰਨਾ ਪੜ੍ਹਿਆ ਉਹ ਕੰਮ ਨਹੀਂ ਆਏਗਾ ਤੁਹਾਨੂੰ, ਤੁਹਾਡੀ ਪੁਰਾਣੀ ਨੌਲੇਜ ਜਿਹੜੀ ਉਹ ਕੰਮ ਆਏਗੀ। ਮਤਲਬ ਆਹ ਨਹੀਂ ਕਹਿੰਦੀ ਮੈਂ ਬੱਚਿਆਂ ਨੂੰ ਕਿ ਮਤਲਬ ਕਿ ਤੁਸੀਂ ਇਕੱਲਾ ਆਪਣਾ ਬੁਕਿਸ਼ ਵਾਲਾ ਪੜ੍ਹੀ ਜਾਓ, ਉਹਨੂੰ ਵੀ ਪੜ੍ਹੋ, ਲੇਕਿਨ ਜਿਹੜੀ ਕਰੰਟ ਅਫੇਅਰਸ ਨੇ ਉਹਨਾਂ 'ਤੇ ਵੀ ਧਿਆਨ ਦੇਣਾ ਚਾਹੀਦਾ, ਕਿਉਂਕਿ ਉਹ ਵੀ ਬਹੁਤ ਕੰਮ ਆਉਂਦੇ ਨੇ। ਕਿਉਂਕਿ ਹੁਣ ਦੀ ਕਰੰਟ ਅਫੇਅਰ ਜੇ ਆਪਾਂ ਅੱਗੇ ਜਾ ਕੇ ਵੇਖੀਏ ਤਾਂ ਉਹ ਹਿਸਟਰੀ ਦੇ ਵਿੱਚ ਆਉਣਗੀਆਂ, ਤੇ ਹਿਸਟਰੀ ਦੇ ਕੁਐਸਚਨਸ ਵੀ ਉੱਥੇ ਆ ਜਾਂਦੇ, ਤੇ ਕਰੰਟ ਅਫੇਅਰਸ ਤਾਂ ਆਫ ਕੋਰਸ ਆਉਂਦੇ ਹੀ ਨੇ। ਤੇ ਸਾਨੂੰ ਸਾਡੀ ਜਿਹੜੀ ਨਿਊਜ਼ ਵਗੈਰਾ ਉਹ ਪੜ੍ਹਦੇ ਰਹਿਣਾ ਚਾਹੀਦਾ ਹੈ, ਤੇ ਜਿਹੜੇ ਨਾਲ ਕਰੰਟ ਅਫੇਅਰਸ ਉਹਨਾਂ ਨੂੰ ਮਤਲਬ ਸਹੀ ਰੱਖਣਾ ਚਾਹੀਦਾ, ਕਿ ਦੇਖਦੇ ਰਹਿਣਾ ਚਾਹੀਦਾ ਨਿਊਜ਼ ਵਗੈਰਾ। ਤੁਸੀਂ ਆਪਣੀ ਸਟੱਡੀ ਤੇ ਫਿਰ ਫੋਕਸ ਕਿਹੜੀ ਚੀਜ਼ ਨੂੰ, ਕਰੰਟ ਅਫੇਅਰ ਤੇ ਰੱਖਿਆ, ਹਿਸਟਰੀ ਤੇ ਰੱਖਿਆ, ਸੋਸ਼ਲ ਸਾਇੰਸ ਨੂੰ ਰੱਖਿਆ? ਮਤਲਬ ਕਿਹੜੇ ਸਬਜੈਕਟ ਦੇ ਉੱਤੇ ਜ਼ਿਆਦਾ ਪਕੜ ਤੁਹਾਨੂੰ ਲੱਗਦੀ ਕਿ ਮੈਂ ਇਹ ਬਹੁਤ ਵਧੀਆ ਕਰਦੀ ਹਾਂ? ਇੱਦਾਂ ਨਹੀਂ, ਮਤਲਬ ਕਿ ਕੋਈ ਪਾਰਟਿਕੂਲਰ ਸਬਜੈਕਟ ਨਹੀਂ ਹੈ, ਜੋ ਵੀ ਮਤਲਬ ਜਿੱਥੋਂ ਨੌਲੇਜ ਮਿਲ ਰਹੀ ਹੈ ਲਈ ਜੋ ਬਸ। ਕਿਉਂਕਿ ਸਾਇੰਸ ਹੈ, ਸਾਇੰਸ ਤੋਂ ਕੋਈ ਵੀ ਕੁਐਸਚਨ ਆ ਜਾਏਗਾ, ਉਹ ਵੀ ਜਨਰਲ ਨੌਲੇਜ ਹੋ ਗਿਆ, ਜਨਰਲ ਸਾਇੰਸ ਦਾ ਕੁਐਸਚਨ ਹੋ ਗਿਆ। ਐਸਐਸਟੀ ਵਿੱਚੋਂ ਤੇ ਕੁਐਸਚਨਸ ਹਿਸਟਰੀ ਵਗੈਰਾ ਦੇ ਹੁੰਦੇ ਹੀ ਆ, ਜਿਓਗ੍ਰਾਫੀ ਵਗੈਰਾ ਸਾਰੀ ਹੋ ਗਈ। ਮੈਥਸ ਤੋਂ ਤੁਹਾਨੂੰ ਕੋਈ ਸਮ ਦਾ ਪੁੱਛ ਸਕਦੇ ਆ, ਟੇਬਲ ਵਗੈਰਾ ਦਾ ਕੁਝ ਪੁੱਛ ਸਕਦੇ ਆ, ਜਾਂ ਫਿਰ ਜਿੰਨੇ ਵੀ ਬਾਕੀ ਸਬਜੈਕਟਸ ਨੇ, ਕੋਈ ਹਿੰਦੀ ਦਾ ਮੁਹਾਵਰਾ ਪੁੱਛ ਲੂਗੇ, ਕੋਈ ਇੰਗਲਿਸ਼ ਦਾ ਇਡੀਅਮ ਪੁੱਛ ਲੂਗੇ, ਤਾਂ ਸਾਰੇ ਸਬਜੈਕਟਸ ਦਾ ਕੁਝ ਵੀ ਹੋ ਸਕਦਾ, ਤੇ ਕੋਈ ਕੁਐਸਚਨ ਨਹੀਂ ਪਤਾ। ਉਹਦੇ ਵਿੱਚ ਜਿਵੇਂ ਤੁਸੀਂ ਸਵਾਲ ਜਵਾਬ ਕਰਦੇ ਸੀਗੇ ਉੱਥੇ, ਕੋਈ ਇਹੋ ਜਿਹਾ ਸਵਾਲ ਤੁਹਾਨੂੰ ਲੱਗਾ ਹੋਵੇ ਕਿ ਹਾਂ ਇਹ ਤਾਂ ਬਹੁਤ ਈਜ਼ੀ ਹੈ, ਤਾਂ ਮੈਂ ਮਿੰਟ 'ਚ ਕਰ ਦੂੰਗੀ, ਜਵਾਬ ਦੇ ਦੂੰਗੀ, ਤੇ ਕੋਈ ਸਵਾਲ ਐਵੇਂ ਲੱਗਾ ਹੋਵੇ ਕਿ ਬਸ ਹੁਣ ਇੱਥੇ ਤਾਂ ਗੇਮ ਲੱਗਦਾ ਖਤਮ ਹੋ ਗਈ? ਕਿਤੇ ਤੀਰ ਤੁੱਕੇ ਵਾਲੀ ਜਿਹੜੀ ਗੱਲ ਹੁੰਦੀ ਪੰਜਾਬੀ 'ਚ, ਮੈਂ ਕਹਾਂ ਕਿ ਕੋਈ ਤੀਰ ਤੁੱਕਾ ਚਲਾਇਆ ਕਿਤੇ ਵੀ, ਜਿਹੜਾ ਤੀਰ ਛੱਡਿਆ ਹੋਵੇ ਤਾਂ ਤੁੱਕੇ ਪੂਰਾ ਲੱਗਿਆ ਹੋਵੇ ਜਾ ਕੇ? ਤੀਰ ਤੁੱਕਾ ਤਾਂ ਕਹਿ ਨਹੀਂ ਸਕਦੇ, ਕਿਉਂਕਿ ਲਾਈਫਲਾਈਨ ਸੀਗੀ ਤੇ ਮੈਂ ਹੈਲਪ ਲਈ ਵੀ ਆ ਲਾਈਫਲਾਈਨ ਦੀ। ਤੇ ਜਿਹੜਾ ਕੁਐਸਚਨ ਮਤਲਬ ਬਿਲਕੁਲ ਹੀ ਨਹੀਂ ਆ ਰਿਹਾ ਸੀ ਉਹਦੇ ਤੇ, ਤਾਂ ਜਿੱਦਾਂ ਵੀ ਲਾਈਫਲਾਈਨ ਲੈ ਲਈ। ਤੇ ਜਿਹੜਾ ਕੁਐਸਚਨ ਸੀ ਮੈਨੂੰ ਬਿਲਕੁਲ ਸ਼ੋਰਟ ਸੀਗਾ, ਉਹ ਕਰੰਟ ਅਫੇਅਰਸ ਦਾ ਹੀ ਕੁਐਸਚਨ ਸੀ, ਤੇ ਮੈਂ ਤੇ ਪਾਪਾ ਦੇ ਨਾਲ ਤਿਆਰੀ ਜਿਹੜੀ ਕਰ ਹੀ ਰਹੇ ਸੀਗੇ, ਤੇ ਉਹਦੇ ਵਿੱਚ ਉਹ ਆਇਆ ਸੀਗਾ ਕਿ 올림픽 ਦੀ ਕਿਹੜੀ ਫਰਸਟ ਫੀਮੇਲ ਪ੍ਰੈਜ਼ੀਡੈਂਟ ਬਣੇ ਆ, ਤੇ ਉਹ ਕੁਐਸਚਨ ਮੈਂ ਪੜਿਆ ਹੋਇਆ ਸੀ, ਤੇ ਲੱਕੀਲੀ ਉਹ ਕੁਐਸਚਨ ਆ ਗਿਆ। ਤੇ ਜਦੋਂ ਆਇਆ ਮੇਰੇ ਫੇਸ ਤੇ ਸਮਾਈਲ ਆ ਗਈ ਸੀ, ਤੇ ਏਵੀ ਸਰ ਨੇ ਵੀ ਕਿਹਾ ਆਹਾ ਕਿਆ ਸਮਾਈਲ ਆ ਗਈ ਹੈ ਆਪਕੇ ਫੇਸ पे। ਮਤਲਬ ਇਦਾਂ ਦੇ ਸਵਾਲ ਵੀ ਸੀਗੇ ਜਿਹੜੇ ਤੁਹਾਨੂੰ ਪਹਿਲਾਂ ਪਤਾ ਸੀਗਾ? ਤਾਂ ਫਾਦਰ ਸਾਹਿਬ ਨੇ, ਇਹਨਾਂ ਨੇ ਵੀ ਕਹਿੰਦੇ ਵੀ ਟੈਸਟ ਦਿੱਤਾ ਸੀਗਾ, ਪਰ ਕੁਝ ਕੁ ਪੜਾਵਾਂ ਤੱਕ ਗਏ, ਅੱਗੇ ਨਹੀਂ ਗਏ, ਪਰ ਇਹਨਾਂ ਦੀ ਬੇਟੀ ਨੇ ਇਹਨਾਂ ਦਾ ਸੁਪਨਾ ਜ਼ਰੂਰ ਪੂਰਾ ਕੀਤਾ। ਤਾਂ ਭਾਜੀ ਬੇਟੀ ਨੇ ਸੁਪਨਾ ਪੂਰਾ ਕੀਤਾ, ਤੁਹਾਡੇ ਕੋਲ ਅੱਗੇ ਨਹੀਂ ਜਾਇਆ ਗਿਆ ਤਾਂ?
ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ ਹੀ ਨਹੀਂ ਕਿ ਮੈਂ ਅੱਗੇ ਗਿਆ ਨਹੀਂ ਹੈ। ਔਰ ਮੈਨੂੰ ਲੱਗਦਾ ਮੇਰੀ ਜਰਨੀ ਜਿੱਥੋਂ ਮੈਂ ਸਟਾਰਟ ਕੀਤੀ ਸੀ ਉਹ ਮੇਰੀ ਬੇਟੀ ਨੇ ਕੰਪਲੀਟ ਕੀਤੀ ਹੈ। ਔਰ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਬੇਟੀ ਨੇ ਉਹ ਕੰਮ ਕਰ ਦਿਖਾਇਆ ਜੋ ਬਹੁਤ ਸਾਰੇ ਬੇਟੇ ਵੀ ਨਹੀਂ ਕਰ ਪਾਉਂਦੇ ਆ। ਔਰ ਮੈਨੂੰ ਖੁਸ਼ੀ ਹੈ ਕਿ ਮੇਰੇ ਤੋਂ ਅੱਗੇ ਜਾ ਰਹੀ ਐਜ਼ ਘੱਟ ਏਜ ਵਿੱਚ ਇੱਥੇ ਤੱਕ ਪਹੁੰਚ ਗਈ ਹੈ। ਜਦੋਂ ਤੱਕ ਸਾਡੀ ਏਜ ਵਿੱਚ ਆਏਗੀ ਜਾਂ ਥੋੜਾ ਹੋਰ ਐਕਸਪੀਰੀਅੰਸ ਹੋਏਗਾ ਤਾਂ ਹੋਰ ਵੀ ਅੱਗੇ ਮੱਲਾ ਮਾਰੇਗੀ ਹੈ। ਅੱਛਾ, ਤੁਸੀਂ ਫਿਰ ਗਏ ਸੀਗੇ ਨਾਲ ਬੱਚੇ ਦੇ? ਬਿਲਕੁਲ ਜੀ, ਮੈਂ ਇਹਦੇ ਨਾਲ ਰਿਹਾ ਹਮੇਸ਼ਾ। ਇਦਾਂ ਦੇ ਜਿੰਨੇ ਵੀ ਕੰਪੀਟੀਸ਼ਨਸ ਹੁੰਦੇ ਆ ਔਰ ਮੈਂ ਇਹਦੇ ਨਾਲ ਸਪੋਰਟ ਇਹਨੂੰ ਕਰਦਾ ਹਾਂ। ਕਿਉਂਕਿ ਇਹਦੇ ਅਲੱਗ-ਅਲੱਗ ਕੰਟੈਸਟ ਪਾਰਟਿਸਿਪੇਟ ਕਰਦੀ ਹੈ, ਜਿਵੇਂ ਸਪੀਚ ਹੋ ਗਿਆ, ਪੋਮਸ ਹੋ ਗਿਆ, ਹਰ ਇੱਕ ਤਰੀਕੇ 'ਚ ਪਾਰਟਿਸਿਪੇਟ ਕਰਦੀ ਹੈ। ਔਰ ਕੰਸੈਂਟ ਮੇਰੀ ਹੁੰਦੀ ਹੈ ਔਰ ਮੇਰੇ ਨਾਲ ਹਰ ਚੀਜ਼ ਸ਼ੇਅਰ ਕਰਦੀ ਹੈ ਕਿ ਪਾਪਾ ਚਲੋ ਆਹ ਵਾਲਾ ਟੌਪਿਕ 'ਤੇ ਕੰਮ ਕਰਦੇ ਹਾਂ। ਫਿਰ ਅਸੀਂ ਉਹ ਟੌਪਿਕ 'ਤੇ ਕੰਮ ਕਰਦੇ ਹਾਂ, ਅਸੀਂ ਉਹਨੂੰ ਰਿਕਾਰਡ ਕਰਦੇ ਹਾਂ ਔਰ ਘਰ ਦੀ ਪ੍ਰੈਕਟਿਸ ਕਰਕੇ ਫਿਰ ਆਪਾਂ ਜਾ ਕੇ ਸਪੀਚ ਜਾਂ ਕੁਝ ਵੀ ਕਰਦੇ ਹਾਂ। ਔਰ ਜਿਵੇਂ ਇਹ ਵਾਲਾ KBC ਵਾਲਾ ਹੈਗਾ, KBC ਤਾਂ ਇਹ ਮੇਰੇ ਨਾਲ ਹੀ ਖੇਲਦੀ ਰਹੀ ਹੈ। ਔਰ ਮੈਨੂੰ ਦੇਖ ਦੇਖ ਕੇ ਇਹਨੂੰ ਵੀ ਹੋਇਆ ਕਿ ਮੈਂ ਵੀ, ਕਿਉਂਕਿ ਸਾਰੇ ਇਹਨੂੰ ਲੱਗਦਾ ਸੀ ਕੁਐਸਚਨ ਬੜੇ ਈਜ਼ੀ ਆ, ਤੇ ਕਹਿੰਦੇ ਪਾਪਾ ਚਲੋ ਮੈਨੂੰ ਫੋਨ ਫੜਾਓ, ਮੈਂ ਵੀ ਖੇਲਦੀ ਹਾਂ। ਔਰ ਲੱਕੀਲੀ ਜੂਨੀਅਰ ਸ਼ੁਰੂ ਹੋ ਗਿਆ ਔਰ ਜੂਨੀਅਰਸ ਦੇ ਵਿੱਚ ਆਨ ਕਰਕੇ ਇਹਦਾ ਇਹਨੇ ਵੀ ਅਪਲਾਈ ਕੀਤਾ ਦਿੱਤਾ। ਔਰ ਜਦੋਂ ਇਹਨੂੰ ਕਾਲ ਆਈਆਂ ਆਈ ਵਾਸ ਰੀਅਲੀ ਐਕਸਾਈਟਡ ਕਿ ਯਾਰ ਮੇਰੀ ਬੇਟੀ ਵੀ ਚੱਲ ਪਈ ਉਸ ਲਾਈਨ ਦੇ ਉੱਪਰ। ਕਿਉਂਕਿ ਨਾਰਮਲ ਤਾਂ ਸਾਰੇ ਬੱਚੇ ਖੇਲਦੇ ਆ ਔਰ ਖੇਲਣਾ ਚਾਹੀਦਾ ਵੀ ਹੈ, ਬਟ ਜੋ ਅੱਜ ਦਾ ਟਾਈਮ ਚੱਲ ਰਿਹਾ ਮੇਰੇ ਹਿਸਾਬ ਨਾਲ ਸਾਨੂੰ ਇਹਨਾਂ ਚੀਜ਼ਾਂ ਨਾਲ ਜੁੜਨਾ ਚਾਹੀਦਾ। ਸਿਰਫ ਸਿੰਪਲ ਪੜ੍ਹਾਈ ਤੁਹਾਨੂੰ ਅੱਗੇ ਨਹੀਂ ਲੈ ਕੇ ਜਾ ਸਕਦੀ। ਤੁਹਾਨੂੰ ਹਰ ਚੀਜ਼ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਚਾਹੇ ਉਹ ਸਪੋਰਟਸ ਹੈ, ਚਾਹੇ ਮਿਊਜ਼ਿਕ ਹੈ, ਚਾਹੇ ਮੂਵੀਜ਼ ਹੈ, ਚਾਹੇ ਕਰੰਟ ਅਫੇਅਰਸ ਹੈ, ਪੋਲੀਟਿਕਸ ਹੈ, ਵਰਲਡ ਵਾਈਡ ਸਾਨੂੰ ਸਾਰਾ ਕਲੀਅਰ ਹੋਣਾ ਚਾਹੀਦਾ। ਤੁਸੀਂ ਐਸ 8th ਸਟੈਂਡਰਡ ਦੇ ਵਿੱਚ ਪੜ੍ਹ ਰਹੇ ਹੋ ਔਰ ਤੁਹਾਨੂੰ ਕਾਫੀ ਕੁਛ ਤੁਸੀਂ ਪੜ੍ਹ ਲਿਆ ਹੈ, ਅੱਗੇ ਵੀ ਪੜ੍ਹਨਾ, ਤਾਂ ਕਿ ਇਹ ਚੀਜ਼ਾਂ ਸਾਡੀਆਂ ਘੱਟ ਨਾ ਜਾਣ। ਅੱਛਾ, ਤੁਹਾਨੂੰ ਉੱਥੇ ਬੈਠਿਆਂ ਨੂੰ ਜਿਹੜੇ ਸਵਾਲ ਇਹਨਾਂ ਨੇ ਜਵਾਬ ਦਿੱਤੇ ਤੁਹਾਨੂੰ ਸਾਰੇ ਆਉਂਦੇ ਸੀ? ਸੱਚ ਦੱਸਣਾ ਤੁਸੀਂ। ਬਿਲਕੁਲ ਫਰੈਂਕਲੀ ਗੱਲ ਕਰਾਂ ਕਿ ਸਾਨੂੰ ਇਹਨੇ ਬਹੁਤ ਸਟ੍ਰੈਸ ਦਿੱਤੀ, ਬਟ ਮੈਨੂੰ ਇੰਨਾ ਕੁ ਸੀਗਾ ਕਿ ਇਹਨੇ ਜੇ ਕੋਈ ਜਵਾਬ ਦੇ ਰਹੀ ਹੈ ਕੁਛ ਨਾ ਕੁਛ ਉਹਦੇ ਪਿੱਛੇ ਲੌਜਿਕ ਹੈਗਾ ਹੈ। ਕਿਉਂਕਿ ਇਹਦਾ ਮੈਂ ਇੱਕ ਚੀਜ਼ ਮੈਂ ਜਾਣਦਾ ਕਿ ਇਹ ਕੈਲਕੂਲੇਟਰ ਰਿਸਕ ਲੈਂਦੀ ਹੈ। ਇਹਨੂੰ ਜਿਹੜੇ ਕੁਐਸਚਨ ਮੈਨੂੰ ਨਹੀਂ ਆਉਂਦੇ ਸੀਗੇ ਕਿਉਂਕਿ ਉਹ ਕੁਐਸਚਨ ਹੀ ਡਿਫਰੈਂਟ ਸੀਗੇ, ਉਹ ਸ਼ਾਇਦ ਕਿਸੇ ਬੁੱਕਸ 'ਚ ਨਹੀਂ ਸੀਗੇ ਅਵੇਲੇਬਲ, ਬਟ ਜੇ ਤੁਸੀਂ ਕੰਟੀਨਿਊਸ ਆਪਣੀਆਂ ਬੁੱਕਸ ਰੀਡ ਕੀਤੀਆਂ ਤੁਸੀਂ ਤਾਂ ਹੀ ਉਹਨਾਂ ਦੇ ਜਵਾਬ ਦੇ ਸਕਦੇ ਸੀਗੇ। ਔਰ ਮੈਨੂੰ ਔਰ ਮੇਰੇ ਮਿਸਿਸ ਨਾਲ ਬੈਠੇ ਸੀਗੇ, ਸਾਨੂੰ ਦੋਨਾਂ ਨੂੰ ਸਟ੍ਰੈਸ ਹੋ ਰਹੀ ਸੀਗੀ ਕਿ ਇਹ ਤਾਂ ਬਿਲਕੁਲ ਬੋਲਡਲੀ ਖੇਲਦੀ ਪਈ ਹੈ ਕਿ ਸਾਨੂੰ ਤਾਂ ਸਾਡਾ ਐਦਾਂ ਨਾ ਸੀਗਾ ਕਿ ਅਸੀਂ ਕੋਈ ਬਹੁਤ ਜ਼ਿਆਦਾ ਅਮਾਊਂਟ ਲੈ ਕੇ ਜਾਣਾ ਆ। ਅਸੀਂ ਇੱਥੇ ਤੱਕ ਪਹੁੰਚ ਗਏ ਹਾਂ, ਮੇਰਾ ਸੁਪਨਾ ਕੰਪਲੀਟ ਹੋ ਗਿਆ। ਔਰ ਜਦੋਂ 320 ਹੋ ਗਿਆ ਕਿ ਚਲੋ ਠੀਕ ਹੈ, ਇਹਨੇ ਆਪਣੀ ਸਟੱਡੀ ਜੋਗਾ ਇਹਨੇ ਕਰ ਲਿਆ ਹੈ। ਔਰ ਉਸ ਤੋਂ ਬਾਅਦ ਇਹਦੀਆਂ ਲਾਈਫਲਾਈਨਸ ਸਾਰੀਆਂ ਇੱਕ ਲਾਈਫਲਾਈਨ ਯੂਜ਼ ਕੀਤੀ ਸੀਗੀ ਔਰ 3 ਲਾਈਫਲਾਈਨਸ ਇਹਦੀਆਂ ਪਈਆਂ ਸੀਗੀਆਂ। ਔਰ ਉਸ ਬ੍ਰੇਕ ਵਿੱਚ ਇਹਨੂੰ ਮੈਂ ਕਿਹਾ ਬੇਟੇ ਜੇ ਤੂੰ 2 ਕੁਐਸਚਨਸ ਦੇ ਜਵਾਬ ਹੀ ਦੇਤੇ ਨਾ ਤਾਂ ਆਪਾਂ 12:30 ਤੱਕ ਪਹੁੰਚ ਜਾਵਾਂਗੇ। ਬਟ ਇਹਨੇ ਮੇਰੀ ਐਕਸਪੈਕਟੇਸ਼ਨਸ ਤੋਂ ਉੱਪਰ ਚਲੀ ਗਈ, ਇਹਨੇ ਸ਼ਾਇਦ ਉਸ ਤੋਂ ਜ਼ਿਆਦਾ ਜਵਾਬ ਇਹਨੇ ਆਪਣੇ ਕੋਲੋਂ ਦਿੱਤੇ। ਔਰ ਜਿਹੜੀ ਇਹਨੇ ਅਮਾਊਂਟ ਲਿਆ ਉਹ ਕਿਸੇ ਵੀ ਬੱਚੇ ਨੇ ਨਹੀਂ ਉੱਥੇ ਲਿਆ ਸੀਗਾ। ਔਰ ਮੈਂ ਕੰਗ੍ਰੈਚੁਲੇਟ ਵੀ ਕਰਦਾ ਕਿ ਇਹ ਵਾਕਈ ਇਟ ਵਾਸ ਰੀਅਲੀ ਬ੍ਰੇਵ ਪਲੇਇੰਗ ਫਰੋਮ ਆਰ ਸਾਈਡ। ਅਮਾਊਂਟ ਤੋਂ ਲੈ ਕੇ ਵੀ ਬੜੀ ਤਰ੍ਹਾਂ ਦੀ ਚਰਚਾ ਹੁੰਦੀ ਹੈ। ਚਲੋ ਹੁਣ ਤਾਂ ਤੁਸੀਂ ਮਤਲਬ ਹੋ ਕੇ ਆਏ ਹੋ, ਤੁਹਾਡੇ ਕੋਲ ਜ਼ਰੂਰ ਪੁੱਛ ਲੈਣੇ। ਕਹਿੰਦੇ ਵੀ ਜਿੰਨੀ ਅਮਾਊਂਟ ਜਿੱਤੀ ਹੁੰਦੀ ਆ ਉਨੀ ਦਿੰਦੇ ਨਹੀਂ ਗੀ, ਉਹ ਮਤਲਬ ਕੱਟ ਵੱਢ ਕੇ ਘੱਟ ਦਿੰਦੇ ਨੇ, ਜਾਂ ਇਹੋ ਜਿਹੀ ਕੋਈ ਗੱਲ ਹੈ ਕਿ ਜਾਂ ਪੂਰੀ ਅਮਾਊਂਟ ਦਿੰਦੇ ਨੇ? ਸਰ ਅਮਾਊਂਟ ਕੱਟਣ ਵੱਢਣ ਦਾ ਕੋਈ ਇਸ਼ੂ ਨਹੀਂ ਹੈਗਾ ਆ, ਬਿਲਕੁਲ ਫੇਅਰ ਜੋ ਕੁਛ ਹੁੰਦਾ ਇਹਨਾਂ ਦਾ ਸਾਰਾ ਟੋਟਲ ਫੇਅਰ ਹੈ। ਲੇਕਿਨ ਜੋ ਐਜ਼ ਪਰ ਇੰਡੀਅਨ ਇਨਕਮ ਟੈਕਸ ਲਾਜ਼ ਹੈਗੇ ਨੇ ਉਹ ਤੁਹਾਨੂੰ ਫੋਲੋ ਕਰਨੇ ਪੈਂਦੇ ਆ, ਕਿਉਂਕਿ ਇਟਸ ਅਰਨਿੰਗ, ਤੇ ਜੋ ਅਰਨਿੰਗ ਦੇ ਉੱਪਰ ਜੇ ਤੁਹਾਡੇ ਜੋ ਵੀ ਤੁਹਾਨੂੰ ਲਾਇਬਿਲਿਟੀਜ਼ ਹੋਣਗੀਆਂ ਉਹ ਤੁਹਾਨੂੰ ਪੇ ਕਰਨੀਆਂ ਪੈਂਦੀਆਂ। ਅਦਰਵਾਈਜ਼ ਕੋਈ ਲਾਸ ਨਹੀਂ ਹੈਗਾ। ਜੇ ਤੁਸੀਂ 50 ਲੱਖ ਜਿੱਤੇ ਦੈਟ ਇਫ ਯੂ ਆਰ ਪੇਇੰਗ ਇਨ ਟੈਕਸ, ਉਹ ਤੁਸੀਂ ਆਪਣੇ ਕੰਟਰੀ ਨੂੰ ਹੀ ਦੇ ਰਹੇ ਹੋ, ਉਹਦਾ ਮਤਲਬ ਤੁਹਾਡਾ ਹੱਕ ਹੈਗਾ, ਬਟ ਤੁਸੀਂ ਉਹ ਕੰਟਰੀ ਦਾ ਵੀ ਤੁਸੀਂ ਯੂਜ਼ ਕਰ ਰਹੇ ਹੋ। ਇਸ ਕਰਕੇ ਉਹਨੂੰ ਕੋਈ ਨਹੀਂ ਹੋਣਾ ਚਾਹੀਦਾ ਕਿ ਤੁਹਾਡਾ ਟੈਕਸ ਕੱਟ ਗਿਆ ਜਾਂ ਤੁਹਾਡਾ ਕੁਝ ਪੈਸੇ ਕੱਟ ਕੇ ਲੈ ਗਏ, ਉਹ ਕੋਈ ਇਸ਼ੂ ਹੋਣਾ ਹੀ ਨਹੀਂ ਚਾਹੀਦਾ। 50 ਲੱਖ ਮੀਨਸ 50 ਲੱਖ ਸ਼ੀ ਹੈਜ਼ ਵਨ। ਅੱਛਾ, ਮੈਨੂੰ ਲੱਗਦਾ ਕਿ ਜਪਸਿਮਰਨ ਨੇ ਆਪਣੀ ਪੜ੍ਹਾਈ ਦਾ ਅੱਗੇ ਦਾ ਖਰਚਾ ਪੂਰਾ ਖੁੱਲਾ ਡੁੱਲਾ ਸੇਵ ਕਰ ਲਿਆ ਹੁਣੇ। ਬਿਲਕੁਲ ਜੀ, ਇਹਨੇ ਆਪਣਾ ਪੜ੍ਹਾਈ ਦਾ ਇਹਨੇ ਜੋ ਇਹਦੇ ਡ੍ਰੀਮ ਸੀਗੇ ਉਹ ਸਾਰੇ ਆਪਣੇ ਨਾਲ ਹੀ ਪੂਰੇ ਕਰ ਸਕਦੇ। ਮੇਰੀਆਂ ਲਾਇਬਿਲਿਟੀਜ਼ ਰਹਿਣਗੀਆਂ, ਮੈਂ ਇਹਦੇ ਨਾਲ ਹਮੇਸ਼ਾ ਹੀ ਖੜਾ। ਇਹਦੀ ਅੱਗੇ ਜਿਹੜੀ ਜਿੰਨੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਮੇਰੀ ਹੈ, ਉਹ ਸਾਰਾ ਪੈਸਾ ਇਹ ਆਪਣੇ ਹਿਸਾਬ ਨਾਲ ਜਦੋਂ ਇਹਨੂੰ ਯੂਟਿਲਾਈਜ਼ ਕਰਨਾ ਹੋਵੇ ਇਹ ਕਰ ਸਕਦੀ ਹੈ ਪੋਜ਼ਿਟਿਵ ਯੂਜ਼ ਵਾਸਤੇ। ਬਾਕੀ ਇਹਦੀ ਪੜ੍ਹਾਈ ਦੀ, ਇਹਦੀ ਫਿਊਚਰ ਦੀ ਜ਼ਿੰਮੇਵਾਰੀ ਅੱਜ ਪਹਿਲਾਂ ਵੀ ਮੇਰੀ ਸੀਗੀ, ਉਹ ਅੱਜ ਵੀ ਮੇਰੀ ਹੈ। ਉਹ ਮੈਂ ਆਪਣੀ ਡਿਊਟੀਜ਼ ਪੂਰੀਆਂ ਕਰਨੀਆਂ। ਪਰ ਮੈਨੂੰ ਲੱਗਦਾ ਕਿ ਥੋੜਾ ਇੱਕ ਬਾਪ ਨੂੰ ਹੌਸਲਾ ਜ਼ਰੂਰ ਮਿਲ ਜਾਂਦਾ, ਮਤਲਬ ਇੱਕ ਸੀਨਾ ਚੌੜਾ ਹੋ ਜਾਂਦਾ ਉਹਦੀ। ਮੈਂ ਰਿਲੈਕਸ ਫੀਲ ਕਰ ਰਿਹਾ ਕਿਉਂਕਿ ਇਹਦੇ ਕਾਫੀ ਕੁਝ ਗੱਲਾਂ ਹੁੰਦੀ ਸੀ ਕਿ ਪਾਪਾ ਆਪਾਂ ਵੱਡਾ ਘਰ ਬਣਾਉਂਦੇ ਆ, ਤੇ ਅਸੀਂ ਉਦੋਂ ਦੇ ਬੇਟੇ ਬਣਾਵਾਂਗੇ, ਥੋੜੇ ਟਾਈਮ ਆ ਲੈਂਦੇ ਅਸੀਂ ਬਣਾਵਾਂਗੇ, ਤੇ ਸ਼ਾਇਦ ਇਹ ਆਪਣਾ ਘਰ ਬਣਾ ਸਕਦੀ ਈਜ਼ੀਲੀ ਜੇ ਇਹਨਾਂ ਇਸ ਕੋ ਅਮਾਊਂਟ ਹੋ ਗਿਆ, ਤੇ ਆਪਣਾ ਜੇ ਜਿੰਦਾ ਦਾ ਇਹ ਘਰ ਚਾਹੁੰਦੀ ਇਹ ਕਰ ਸਕਦੀ ਹੈ। ਉਸ 'ਚ ਮੈਨੂੰ ਕੋਈ ਸ਼ੱਕ ਨਹੀਂ ਰਹਿ ਗਿਆ। ਅੱਛਾ ਜਪਸਿਮਰਨ, ਮਤਲਬ
ਫਿਊਚਰ 'ਚ ਕੀ ਸੋਚਦੇ ਕੀ ਹੋ ਕਿ ਕੀ ਕਰਨਾ ਅੱਗੇ, ਕੀ ਬਣਨਾ, ਕੀ ਕੁਝ ਪੜ੍ਹਾਈ ਕਿਹੜੀ ਅੱਗੇ ਕਰਨੀ ਹੈ? ਪਹਿਲਾਂ ਤਾਂ ਮਤਲਬ 12th ਤੋਂ ਬਾਅਦ ਮੈਨੂੰ ਆਈਆਈਟੀ ਦੇ ਵਿੱਚ ਐਡਮਿਸ਼ਨ ਲੈਣਾ ਹੈ ਤੇ ਉਹਦੇ ਤੋਂ ਬਾਅਦ ਮੈਨੂੰ ਸਪੇਸ ਸਾਇੰਟਿਸਟ ਬਣਨ ਦਾ ਸ਼ੌਂਕ ਹੈ ਤੇ ਮੈਂ ਚਾਹੁੰਦੀ ਹਾਂ ਕਿ ਮੈਂ ਸਪੇਸ ਸਾਇੰਟਿਸਟ ਬਣ ਸਕਾਂ ਤੇ ਇੱਕ ਵਾਰ ਮੈਂ ਸਕਸੈਸਫੁਲ ਹੋ ਗਈ ਤਾਂ ਮੈਂ ਜਿਹੜੇ ਬੱਚੇ ਮਤਲਬ ਜ਼ਿਆਦਾ ਪੜ੍ਹਾਈ ਨਹੀਂ ਅਫੋਰਡ ਕਰ ਸਕਦੇ, ਮੈਂ ਉਹਨਾਂ ਦੀ ਵੀ ਅੱਗੇ ਜਾ ਕੇ ਹੈਲਪ ਕਰਾਂ ਤੇ ਮੈਨੂੰ ਵੀ ਵਧੀਆ ਲੱਗੇਗਾ ਕਿ ਮੇਰੇ ਕਰਕੇ ਕਿਸੇ ਦੀ ਐਜੂਕੇਸ਼ਨ, ਕਿਸੇ ਨੂੰ ਵਧੀਆ ਐਜੂਕੇਸ਼ਨ ਮਿਲ ਰਹੀ ਹੈ। ਐਡੀ ਉਮਰ 'ਚ ਏਡੇ ਵੱਡੇ ਵੱਡੇ ਖਿਆਲ ਨੇ। ਹਾਂਜੀ ਠੀਕ ਹੈ, ਤਾਂ ਹੁਣ ਤੁਸੀਂ 8th ਸਟੈਂਡਰਡ 'ਚ ਪੜ੍ਹਦੇ ਹੋ ਹੈ ਨਾ? ਹਾਂਜੀ ਤੇ ਇਹ ਫਿਰ ਜਿਹੜੀਆਂ ਚੀਜ਼ਾਂ ਪੜ੍ਹਾਈ ਦੇ ਨਾਲ ਨਾਲ ਜਿਹੜੀਆਂ ਐਕਸਟਰਾ ਨੇ, ਮੈਨੂੰ ਲੱਗਦਾ ਕਿ ਫਿਰ ਤੁਹਾਡੇ ਪਾਪਾ ਦੇ ਤੇ ਮੰਮਾ ਦੀ ਦੇਣ ਹੈ, ਇਹ ਤੁਹਾਨੂੰ ਜ਼ੋਰ ਪਾਉਂਦੇ ਆ ਕਿ ਇਹੀ ਪੜ੍ਹੋ, ਥੋੜਾ ਐਕਸਟਰਾ ਵੀ ਹੋਣੀਆਂ ਚਾਹੀਦੀਆਂ ਨੇ ਚੀਜ਼ਾਂ, ਇਹ ਇਹਨਾਂ ਵੱਲੋਂ ਫਿਰ ਜ਼ਿਆਦਾ ਤਿਆਰੀ ਕਰਾਈ ਜਾਂਦੀ ਹੈ? ਹਾਂਜੀ ਮੰਮਾ ਮਤਲਬ ਪਾਪਾ ਕਰੰਟ ਅਫੇਅਰ ਸਾਰੇ ਕਰਾ ਦਿੰਦੇ ਆ ਤੇ ਜਿੱਦਾਂ ਮਤਲਬ ਜਿਹੜੇ ਮਤਲਬ ਥੋੜੇ ਮੈਥੋਲੋਜੀਕਲ ਜਿਹੜੇ ਹੁੰਦੇ ਨੇਗੇ ਕੁਐਸਚਨਸ ਉਹ ਮੰਮਾ ਕਰਾ ਦਿੰਦੇ, ਰਿਲੀਜੀਅਸ ਕੁਐਸਚਨਸ ਵਗੈਰਾ ਉਹ ਸਾਰੇ ਮੰਮਾ ਵੱਲੋਂ ਹੁੰਦੇ ਨੇ ਤੇ ਬਾਕੀ ਦਾਦੂ ਦਾਦੀ ਤਾਂ ਬੈਠ ਜਾਓ ਤੇ ਗੱਲਾਂ ਕਰ ਲਓ ਤੇ ਇਹਦੀ ਚਰਚਾ ਹੋ ਜਾਂਦੀ ਕਿਸੇ ਵੀ ਕੁਐਸਚਨ ਤੇ ਤਾਂ ਉਦੋਂ ਗੱਲ ਕਰ ਲੈਂਦੇ। ਮੇਰੇ ਦਾਦੀ ਮੰਮਾ ਨੂੰ ਵੀ ਕੁਇਜ਼ ਸ਼ੋ ਵਗੈਰਾ ਦਾ ਬੜਾ ਇੰਟਰਸਟ ਹੈ ਤੇ ਉਹ ਫੋਨ ਤੇ ਵੀ ਮਤਲਬ ਇੱਦਾਂ ਦੀ ਚੀਜ਼ਾਂ ਵੇਖਦੇ ਰਹਿੰਦੇ ਨੇ ਤਾਂ ਉਹਨਾਂ ਦੇ ਨਾਲ ਮੈਂ ਖੇਲ ਵੀ ਰਹਿੰਦੀ ਹੁੰਦੀ ਕਦੀ ਕਦੀ, ਆਪਾਂ ਮਤਲਬ ਫੋਨ ਤੇ ਦੇਖ ਰਹੇ ਹੁੰਦੇ ਆ ਤੇ ਦਾਦੀ ਮਾਂ ਤੇ ਮੈਂ ਆਪਾਂ ਆਨਸਰ ਇੱਕ ਇੱਕ ਚੂਜ਼ ਕਰ ਲੈਂਦੇ ਕਿ ਆਹ ਵਾਲਾ ਆਨਸਰ ਮੇਰਾ ਹੈ ਤੇ ਬਸ ਇੱਦਾਂ ਖੇਡਦੇ ਖੇਡਦੇ ਇੰਟਰਸਟ ਆ ਗਿਆ। ਅੱਛਾ, ਫਿਰ ਹੁਣ ਅਮਾਊਂਟ ਦਾ ਕਰਨਾ ਕੀ? ਪਾਪਾ ਜਿੱਦਾਂ ਕਹਿ ਰਹੇ ਨੇ ਘਰ ਬਣਾਉਣਾ ਕਿ ਜਾਂ ਅੱਗੇ ਜਾ ਕੇ ਉਹਨੂੰ ਸੇਵ ਹੀ ਰੱਖਣਾ ਅਜੇ? ਹਜੇ ਤਾਂ ਸੇਵ ਹੀ ਰੱਖੂ ਫਿਰ ਪੜ੍ਹਾਈ 'ਚ ਵੀ ਯੂਟਿਲਾਈਜ਼ ਕਰਾਂਗੇ, ਫਿਰ ਵਧੀਆ ਆਪਣਾ ਘਰ ਬਣਾਵਾਂਗੇ। ਪਾਪਾ ਨੂੰ ਤੁਸੀਂ ਹੁਣ ਟੈਨਸ਼ਨ ਨਹੀਂ ਦੇਣੀ ਕਦੀ ਪੈਸਿਆਂ ਵੱਲੋਂ, ਹੈ ਨਾ? ਹੁਣ ਕਿੱਥੇ ਟੈਨਸ਼ਨ ਲੱਗੀ। ਚਲੋ, ਬਹੁਤ ਬਹੁਤ ਮੁਬਾਰਕਾਂ ਭਾਜੀ ਤੁਹਾਨੂੰ ਇੱਕ ਵਾਰੀ ਫੇਰ ਤੋਂ। ਤੁਸੀਂ ਸਾਇੰਟਿਸਟ ਬਣੋ, ਜੋ ਚਾਹੁੰਦੇ ਹੋ ਬਣੋ। ਅਸੀਂ ਤੁਹਾਡੀਆਂ ਇੰਟਰਵਿਊਜ਼ ਇਦਾਂ ਹੀ ਬਾਰ-ਬਾਰ ਕਰਦੇ ਰਹੀਏ। ਤਾਂ ਇਹ ਨੇ ਜਲੰਧਰ ਦੇ ਜਪਸਿਮਰਨ, 8ਵੀਂ ਕਲਾਸ ਦੇ ਵਿੱਚ ਪੜ੍ਹਦੇ ਨੇ। ਜਲੰਧਰ ਦਾ, ਆਪਣੇ ਪਰਿਵਾਰ ਦਾ, ਪੰਜਾਬ ਦਾ ਨਾਮ ਰੌਸ਼ਨ ਕੀਤਾ। ਹਾਲਾਂਕਿ ਏਡੀ ਛੋਟੀ ਉਮਰ ਦੇ ਵਿੱਚ ਆ ਕੇ ਇੰਨਾ ਕੁਝ ਸਿੱਖ ਲੈਣਾ, ਇੰਨੀਆਂ ਚੀਜ਼ਾਂ ਨੂੰ ਪੋਜ਼ਿਟਿਵ ਲੈਣਾ, ਤਾਂ ਇਹ ਇੱਕ ਘਰੋਂ ਪਰਵਰਿਸ਼ ਦੀ ਹੀ ਗੱਲ ਹੁੰਦੀ ਹੈ। ਕਿਉਂਕਿ ਆਮ ਤੌਰ ਤੇ ਨਹੀਂ ਤੇ ਬੱਚਿਆਂ ਨੂੰ ਦੇਖੀਏ ਤਾਂ ਉਹ ਮੋਬਾਈਲਾਂ 'ਚੋਂ ਹੀ ਬਾਹਰ ਨਹੀਂ ਨਿਕਲਦੇ, ਪਰ ਇਹ ਵੀ ਮੋਬਾਈਲ ਯੂਜ਼ ਕਰਦੇ ਨੇ, ਪਰ ਮੋਬਾਈਲ ਨੂੰ ਇਹ ਆਪਣੇ ਫਾਇਦੇ ਲਈ ਯੂਜ਼ ਕਰਦੇ ਨੇ ਕਿ ਉਹਦੇ ਵਿੱਚੋਂ ਕੀ ਕੁਝ ਕੱਢਣਾ, ਕੀ ਕੁਝ ਸਿੱਖਣਾ। ਉਹੀ ਚੀਜ਼ਾਂ ਜਿਹੜੀਆਂ ਨੇ ਅੱਗੇ ਆ ਕੇ ਇਹਨਾਂ ਦੇ ਕੰਮ ਆ ਰਹੀਆਂ ਨੇ। KBC ਦੇ ਵਿੱਚ ਇਹਨਾਂ ਨੇ ਚੰਗਾ ਨਾਮ ਰੌਸ਼ਨ ਕੀਤਾ, 50 ਲੱਖ ਦੀ ਅਮਾਊਂਟ ਜਿੱਤੀ ਹੈ ਅਤੇ ਪਰਿਵਾਰ ਨੂੰ ਵੀ ਜਪਸਿਮਰਨ ਦੇ ਉੱਪਰ ਗਰਵ ਹੈ ਕਿ ਏਡੀ ਛੋਟੀ ਉਮਰ ਦੇ ਵਿੱਚ ਸਾਡੀ ਧੀ ਏਡਾ ਨਾਮ ਰੌਸ਼ਨ ਕਰ ਰਹੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਹਿੰਦੇ ਨੇ ਕਿ ਮੈਂ ਸਾਇੰਟਿਸਟ ਬਣਨਾ ਹੈ। ਤਾਂ ਆਉਣ ਵਾਲੇ ਸਮੇਂ 'ਚ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਪਸਿਮਰਨ ਪੰਜਾਬ ਦਾ, ਜਲੰਧਰ ਦਾ ਨਾਮ ਇੱਕ ਵਾਰ ਫਿਰ ਤੋਂ ਰੌਸ਼ਨ ਕਰੇਗੀ। ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।